ਲੇਕਿਨ ਅਗਰ ਤੁਸੀਂ ਉੱਥੇ ਜਾਂਦੇ ਨਾ, ਤੁਸੀਂ ਉਹਨਾਂ ਦਾ ਗੈਟਅਪ ਦੇਖ ਕੇ ਨਾ ਤੁਸੀਂ ਯਕੀਨਨ ਉਹਨਾਂ ਦਾ ਮਜ਼ਾਕ ਉਡਾਉਂਦੇ, ਯਕੀਨਨ। ਕਿਉਂ, ਵਜ੍ਹਾ ਕੀ? ਕਿਉਂਕਿ ਉਹਨੇ ਫੀਮੇਲ ਦਾ ਗੈਟਅਪ ਕੀਤਾ ਹੋਇਆ ਸੀ। ਤਨਵੀਰ ਆਫਰੀਦੀ ਉਹਦਾ ਨਾਂ ਹੈ। ਅੱਛਾ ਉਹ ਮੇਕਅਪ ਆਰਟਿਸਟ ਹੈ। ਅੱਛਾ ਉਹਦੇ ਹੱਥ ਦੇ ਪੜੇ ਸਿਖਾਏ ਬੱਚੇ ਲਾਹੌਰ ਦੇ, ਇੱਕ ਬੱਚਾ ਉਹਨਾਂ ਦਾ ਜਿਹੜਾ ਮਿਨੀ ਮਾਰਕੀਟ ਹੈ ਨਾ ਗੁਲਬਰਗ, ਉਹਦੇ ਵਿੱਚ ਕੰਮ ਕਰ ਰਹੇ ਨੇ, ਬਾਰਬਰ, ਮੇਕਅਪ, ਸੈਲੂਨ, ਪਰਫੈਕਟ ਵਰਡ, ਉੱਥੇ ਉਹ ਬੱਚਾ ਕੰਮ ਕਰ ਰਿਹਾ। ਅੱਛਾ ਔਰ ਬਹੁਤ ਪਪੂਲਰ ਹੈ। ਅੱਛਾ ਅੱਛਾ। ਔਰ ਉਹਨੂੰ ਉਹਨਾਂ ਨੇ ਅੱਜ ਇਨਵਾਈਟ ਕੀਤਾ ਜੀ। ਉਹ ਕਹਿ ਰਿਹਾ ਸੀ ਕਿ ਅਗਰ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਹੈ ਨਾ, ਉਹ ਸਰ ਤਨਵੀਰ ਨੇ। ਅੱਛਾ। ਕਿ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਇਹਨਾਂ ਨੇ ਮੈਨੂੰ ਕੰਮ ਸਿਖਾਇਆ। ਮੈਂ ਉਹਨਾਂ ਦੀ ਅਮਾਜ਼ਗਾਹ ਦੇ ਵਿੱਚ ਬੈਠ ਕੇ, ਜਿਨ੍ਹਾਂ ਨੇ ਇੰਨੇ ਡਿਗਰੀਆਂ, ਇਹਨਾਂ ਨੇ ਕੰਮ, ਕੋਈ ਕਿਧਰੋਂ ਲੰਡਨ ਵਿੱਚੋਂ ਪੜ੍ਹਿਆ, ਕੋਈ USA ਤੋਂ ਕਰਕੇ ਆਇਆ, ਕਿਸੇ ਨੇ ਕਿਉਂ, ਅਸੀਂ ਉੱਥੇ ਜਨਾਬ ਸਾਹਿਬ ਆਪਣੀ ਪਾਈ। ਅੱਛਾ। ਕਿ ਮੈਂ ਜਦੋਂ ਵਾਲ ਕੱਟਣਾ ਵਾ ਤੇ ਮਸਲਨ ਕਿ ਇਹ ਤੇ ਸ਼ਾਇਦ ਹੀ ਗੱਲ ਹੈ। ਅਸਲ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਨਾ ਕਮਾਲ ਪੈਦਾ ਕਰ ਦਿੱਤਾ ਤੇ ਉਹੀ ਤੁਹਾਡੀ ਵਜ੍ਹਾ ਸ਼ੋਹਰਤ ਬਣ ਗਈ ਹੈ, ਉਹੀ ਤੁਹਾਡੀ ਵਜ੍ਹਾ ਇੱਜ਼ਤ ਬਣ ਗਈ ਹੈ, ਉਹੀ ਤੁਹਾਡਾ ਬਹੁਤ ਅੱਛਾ ਰੋਜ਼ਗਾਰ ਬਣ ਗਿਆ। ਉੱਥੇ ਇੱਕ ਹੁੰਦਾ ਸੀ ਬਾਰਬਰ, ਉਹਨੇ ਸਲੂਨ ਬਣਾਇਆ ਤੇ ਉਹਦਾ ਵਜ੍ਹਾ ਸ਼ੋਹਰਤ ਇਹ ਹੈਗਾ ਸੀ ਕਿ ਉਹ ਯਾਨੀ ਕਿ ਕੌਮ ਇਸਤੇਮਾਲ ਨਹੀਂ ਕਰਦਾ ਸੀ, ਉਹ ਹੱਥ ਤੇ ਸੀਜ਼ਰ, ਉਹ ਦੋ ਹੱਥ ਨਾਲ ਉਹ ਕਰਦਾ ਸੀ ਵਾਲ, ਤੇ ਉਹ ਸੀਜ਼ਰ ਕਰਦਾ ਸੀ। ਉਹ ਬੜਾ ਮਸ਼ਹੂਰ ਹੋਇਆ। ਤੇ ਉਹ ਸਰ ਤਨਵੀਰ ਜਿਹੜੇ ਨੇ, ਉਹ ਅੱਜ ਜਿਹੜੀ ਗੈਟਅਪ ਵਿੱਚ ਗਏ ਸਨ, ਹੈ ਯਾਨੀ ਫੀਮੇਲ ਦਾ ਉਹਨਾਂ ਨੇ, ਮੈਂ ਕਹਿੰਦਾ ਜਨਾਬ, ਉਹਨੇ ਹਾਲਾਂਕਿ ਉਹਨਾਂ ਨੇ ਫ੍ਰੈਂਚ ਕੀਤੀ ਸੀ, ਲੇਕਿਨ ਉਹਨਾਂ ਨੇ ਐਸਾ ਐਕਸਟਰਾਆਰਡਨਰੀ ਮੇਕਅਪ ਕੀਤਾ ਹੈ। ਔਰ ਪੂਰਾ ਜਿਸ ਤਰ੍ਹਾਂ ਲੜਕੀਆਂ ਅੱਜ ਕੱਲ੍ਹ ਸਕਾਰਫ ਕਰਦੀਆਂ ਨੇ, ਉਹ ਸਿਰ ਦੇ ਉੱਤੇ ਉਹ ਪੂਰਾ ਗਾਊਨ ਜਿਹਾ ਪਾ ਕੇ, ਤੇ ਐਡਾ ਹੀਰਾ ਇੱਥੇ ਲਟਕਾਇਆ ਹੈ, ਤੇ ਉਹ ਮੁੰਦਰੀਆਂ, ਉਹ ਬੜਾ ਜ਼ਬਰਦਸਤ ਗੈਟਅਪ। ਮੈਂ ਉਹਨਾਂ ਦੀ ਫੋਟੋ ਖਿੱਚੀ ਤੇ ਮੈਨੂੰ ਉਹਨਾਂ ਨੇ ਬੁਲਾਇਆ ਸੀ। ਅੱਛਾ। ਜਿਹੜੇ ਸਾਹਿਬ ਉਹਨਾਂ ਨੇ ਇੱਕ ਬੁਲਾਇਆ, ਯਾਨੀ ਕਿ ਉਹਨਾਂ ਨੇ ਕੁਝ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਯਾਰ ਉੱਥੇ ਐਸੀਆਂ ਕੋਈ 2-4 ਗੱਲਾਂ ਕੀਤੀਆਂ, ਸਟਾਰਟ ਲਿਆ ਕਿ ਸਾਇਲੈਂਸ ਹੋ ਗਿਆ। ਅੱਛਾ, ਉਹਨਾਂ ਨੇ ਕੀ ਕੀਤਾ ਹੈ, ਅਸੀਂ ਵਰਕਸ਼ਾਪ ਸੀ ਤੇ 1 2 3 ਉਹਨਾਂ ਨੇ ਉਹ ਕੁਰਸੀਆਂ ਲਾਈਆਂ ਸਨ, ਜਿਹੜੀ ਬਾਰਬਰ ਦੀਆਂ ਕੁਰਸੀਆਂ ਹੁੰਦੀਆਂ। ਅੱਛਾ। ਉਹਦੇ ਤੇ 3 ਮਾਡਲ ਸਨ। ਇੱਕ ਤੇ ਬ੍ਰਾਈਡਲ ਦਾ ਕੰਮ ਹੋ ਰਿਹਾ ਸੀ। ਅੱਛਾ। ਇੱਕ ਮੇਲ ਦੇ, ਇੱਕ ਫੀਮੇਲ ਕਟਿੰਗ ਕਰ ਰਹੀ ਸੀ। ਅੱਛਾ। ਔਰ ਦੂਸਰਾ ਜਿਹੜਾ ਸੀ ਉਹ ਨੇਲ ਪਾਲਿਸ਼, ਕਟਿੰਗ ਵਗੈਰਾ, ਔਰ ਕੈਜੂਅਲ ਮੇਕਅਪ ਸੀ। ਅੱਛਾ। ਉਹ ਯਾਨੀ ਕਿ ਲੋਕ ਦੇਖ ਵੀ ਰਹੇ ਸਨ, ਲਾਈਵ ਹੋ ਰਿਹਾ ਸੀ। ਅੱਛਾ। ਉਸ ਆਦਮੀ ਨੇ ਯਾਰ ਗੱਲ ਕੀਤੀ, ਜੋ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਉਹਦਾ ਫੋਕਸ ਹੈ ਵੇ। ਉਹਨੇ ਨਾ ਮੈਨੂੰ ਨਹੀਂ ਜਾਣਦਾ ਸੀ, ਉਹਨੇ पॉइंट आउट किया कि यहाँ एक साहब ऐसे बैठे हुए हैं जिनके चेहरे पे ग्लो है। अच्छा। और इस एज में भी वो स्माइल दे रहे हैं और एनर्जेटिक लग रहे हैं। अच्छा। जब तक आप इस स्पिरिट को कैच नहीं करेंगे, आप अच्छे मेकअप आर्टिस्ट नहीं बन सकते। हाँ, एकदम हैरान हो गया। अच्छा है। और मैं प्राउड भी होया और क्लैपिंग हुई। ਉਸ ਤੋਂ ਬਾਅਦ ਉਹਨੇ ਕਿਹਾ, ਉਹ ਕਹਿੰਦਾ ਅਗਰ ਤੁਹਾਡੇ ਇੱਥੇ ਹਲਕੇ ਪਏ ਹੋਣਗੇ, ਵਾਲ ਤੁਹਾਡੇ ਉੱਡੇ ਹੋਣਗੇ, ਚਿਹਰਾ ਤੁਹਾਡਾ ਕਾਲਾ ਸਿਆ ਹੋਏਗਾ, ਤੇ ਤੁਹਾਡੇ ਕੋਲ ਕਿਹਨੇ ਆ ਕੇ ਮਸਾਜ ਕਰਾਉਣਾ ਹੈ, ਜਾਂ ਤੁਹਾਡੇ ਕੋਲ ਤੁਹਾਡੀ ਆਪਣੀ ਹਾਲਤ ਖਰਾਬ ਹੋਈ, ਤੁਸੀਂ ਕਿਹੜਾ ਤੇਲ ਵੇਚਣਾ ਹੈ, ਤੁਹਾਡੇ ਤੇ ਆਪਣੇ ਵਾਲ ਇੰਨੇ ਹਲਕੇ ਨੇ। ਉਹਨਾਂ ਨੇ ਕਿਹਾ ਕਿ ਔਰ ਸਾਇੰਟੀਫਿਕ ਵੀ ਦੱਸੀਆਂ ਕਿ ਅਗਰ ਤੁਸੀਂ 7 ਪੁਆਇੰਟ ਸਮਥਿੰਗ, ਅਗਰ ਤੁਸੀਂ ਤੁਹਾਡੀ ਬੋਡੀ ਦੇ ਵਿੱਚ ਪਾਣੀ ਨਹੀਂ ਨਾ ਹੋਏਗਾ, ਤੁਸੀਂ ਹੈਲਦੀ ਨਹੀਂ ਰਹਿ ਸਕਦੇ। ਫਿਰ ਉਹਨਾਂ ਨੇ ਦੱਸਿਆ ਕਿ ਗਲਾ ਕਿਸ ਤਰ੍ਹਾਂ ਖਰਾਬ ਹੁੰਦਾ। ਫਿਰ ਉਹਨਾਂ ਨੇ ਦੱਸਿਆ ਕਿ ਮੇਕਅਪ, ਉਹਨਾਂ ਨੇ ਕਿਹਾ ਜਦੋਂ ਤੱਕ ਤੁਸੀਂ ਆਪਣੇ ਆਪ ਨਾਲ ਪਿਆਰ ਨਹੀਂ ਕਰੋਗੇ, ਆਪਣਾ ਖਿਆਲ ਨਹੀਂ ਰੱਖੋਗੇ, ਤੁਸੀਂ ਕਿਸ ਤਰ੍ਹਾਂ ਮੇਕਅਪ ਆਰਟਿਸਟ ਬਣ ਸਕਦੇ। ਬਿਲਕੁਲ ਸਹੀ। ਜਿਹੜਾ ਮੇਕਅਪ ਕਰ ਰਿਹਾ ਹੈ, ਪਹਿਲੇ ਤੇ ਦੇਖਣ 'ਚ ਇਹ ਪਤਾ ਚੱਲਣਾ ਚਾਹੀਦਾ ਨਾ ਕਿ ਉਹ ਖੁਦ ਐਸਾ ਅਟਰੈਕਟਿਵ ਮਾਡਲ ਹੋਏ ਕਿ ਉਹਨੂੰ ਲੋਕ। ਹੁਣ ਲੱਕੀਲੀ ਇੱਕ ਐਸੀ ਜਗ੍ਹਾ ਤੇ ਅਸੀਂ ਆ ਗਏ ਹਾਂ ਕਿ ਉੱਥੇ ਉਹ ਜਿਹੜਾ ਉਹਨਾਂ ਦਾ ਇੰਸਟੀਟਿਊਟ ਹੈ, ਉੱਥੇ ਇੱਕ ਟੀਚਰ ਫੀਮੇਲ ਆਉਂਦੇ ਨੇ। ਅਗਰ ਤੁਸੀਂ ਉਹਨੂੰ, ਯਾਨੀ ਕਿ ਮੇਰਾ ਖਿਆਲ ਹੈ ਉਹ 54 ਹੋਏਗੀ। ਅੱਛਾ। 54, 53, 52 ਇਹ ਹੋਏਗੀ। 50 ਪਲੱਸ। ਉਹ 21, 22 ਪਲੱਸ। ਕੀ ਬਾਤ। ਲੁਕਿੰਗ 21, 22। इतनी एनर्जेटिक, और अल्लाह ताला ने खूबसूरत भी है, वो अपना ख्याल भी बहुत कर दी है। और उन्हें बड़ी अच्छी ਜ਼ਬਰਦਸਤ ਗੱਲ ਹੈ ਵੇ ਕਿ ਜਿੱਥੇ ਉਹ ਪੜ੍ਹੀ ਹੈ ਉੱਥੋਂ ਹੀ ਉਹਨਾਂ ਨੇ ਉਹਨੂੰ ਲੰਡਨ ਭੇਜਿਆ। ਉਸੀ ਇੰਸਟੀਟਿਊਟ ਨੇ ਉਹਨੂੰ ਲੰਡਨ ਭੇਜਿਆ
ਔਰ ਉੱਥੇ ਉਹਨੇ ਜਾ ਕੇ ਹਾਇਰ ਐਜੂਕੇਸ਼ਨ ਲਈ ਹੈ ਉਸੇ ਫੀਲਡ ਵਿੱਚ, ਅੱਛਾ, ਔਰ ਉਹ ਉੱਥੇ ਆ ਕੇ ਪੜ੍ਹਾ ਰਹੀ ਹੈ ਬਗੈਰ ਪੈਸੇ। ਵਾਹ ਜ਼बरदस्त। ਹੁਣ ਮੇਰਾ ਤੁਹਾਡੇ ਨਾਲ सवाल है, मुझे आप ये बताएं कि आप इतने अग्रेसिव हैं, घूमते हैं, इतना आपका हल्का भाव है, इतने आप ज़बरदस्त पर्सनालिटी है, मुझे बताएं कि आज के दौर में कौन वो बंदा होगा जो बगैर पैसों के अपना टाइम दे रहा है? तो ये स्पिरिट, इसका मतलब है कि मुसलमानों में नहीं है, फिर वो क्रिश्चियन है तो क्रिश्चियंस में है वो, ये शाह जी बड़ी फिर वो तो इंसानियत में आगे बढ़ गए ना। हम हमारा जो रोल मॉडल है, हम कहते हैं हमारा जो रोल मॉडल है वो रसूल खुदा सल्लल्लाहु अलैहि वसल्लम से है, हम वो कहते हैं वो इस तरह थे इस तरह थे। आप मुझे बताएं, मुझे एक या दो बंदे ऐसे दिखा दें जो उस रोल मॉडल पे हो, मुझे दो दिखा। नहीं हो सकता। उसकी वजह शाह जी ये है, मैं अभी कोई एक हफ्ता पहले मैंने एक बंदे का इंटरव्यू किया, प्रोफेसर मुबारक हैदर साहब, वो अमेरिका में होते हैं आजकल, आए हुए हैं यहाँ पे। तो मैंने उनसे बात की कि जगह जगह पे मस्जिदें हैं, मदरसे हैं, हर वक्त मस्जिदों से तबलीग, इखलाकियात, पता नहीं क्या कुछ बताया जा रहा है, इसके बावजूद भी मुसलमानों का करैक्टर कोई नहीं। हाँ, हम ज़ीरो हैं। ज़ीरो है जी। अच्छा, उन्होंने जो बात की, हो सकता है किसी को सुन के अच्छी ना लगे, लेकिन उन्होंने कहा कि इसी मजहबी एक्टिविटी की वजह से इंसानों को खुश करने की बजाय आप लगे हुए हैं खुदा को खुश करने के ऊपर। कोई अखलाकियात का तल्लक है, वो है हमारा आपस में, इंसानों का एक दूसरे के साथ तल्लक है। आज मैं पंजाब यूनिवर्सिटी में एक प्रोफेसर के साथ बैठा हुआ था, तो उन्होंने भी यही कहा। उन्होंने कहा कि जो अखलाकियात होती है वो आप और मैं बैठे हुए हैं, तो मेरा आपके साथ तल्लक है मामलात का, आपका मेरे साथ है। अब हम खुदा की तरफ हम लेके जाते हैं, जब खुदा की तरफ लेके जाते हैं तो हमारा आपस में जो रास्ता है वो ये इसको ये इसकी इंटरप्रिटेशन इस तरह है, वो एक पॉइंट पे तो सही है, वो एक पॉइंट पे तो सही है, जाहिर है क्योंकि वो लेगेसी वो है ना, लेकिन वही ये कह रहा है कि रसूल खुदा को कह रहा है कि इनके जो खुलक हैं वो अजीम है, वो खुदा जिसकी तरफ हमारा ध्यान है, वो कह रहा है कि आप ध्यान करें रसूल खुदा की तरफ, और रसूल खुदा कह रहे हैं कि आप ध्यान करें मेरी आल की तरफ। मैं शायरी कहता हूँ इसी में एक ये जरा कंप्लीट हो जाएगा। अच्छा। कि आप ये देखें कि उस रसूल खुदा सल्लल्लाहु अलैहि वसल्लम की ज़ात अक़दस की लड़ी में से एक शख्सियत है जिसका नाम है हुसैन। उन्होंने जो मिसाल कायम की है, आप मुझे बताएं कि वो कोई यहाँ हमारे कर सकता है? तो उन्होंने तो प्रैक्टिकल करके दिखाया, यानी कि जो हमारा खुल्के अजीम है उसके जो मंबा हैं वो रसूल खुदा हैं, क्योंकि अल्लाह पाक कह रहे हैं, बाकायदा आयत है। शाह साहब आप फिर उसी सवाल के ऊपर आ गए ना। अगर हम रजू कर रहे हैं अल्लाह की तरफ, हम रजू कर रहे हैं अल्लाह की तरफ, आपका यही है ना कि हम रजू कर रहे हैं, हमें करना चाहिए इंसान की तरफ, वही अल्लाह कह रहा है कि आप रजू करें रसूल खुदा की तरफ, और वो रसूल खुदा कह रहे हैं कि आप हजरत इमाम हुसैन अलैहिस्सलाम। नहीं, लेकिन सवाल फिर कायम रहा। हमने बात शुरू की कि मुसलमानों के अंदर जो मजहब है, मजहबी एक्टिविटी है, वो बहुत ज़्यादा है। इसके बावजूद भी अगर इखलाक नहीं है तो फिर मुसलमानों का जो मसला है ये क्यों है? थोड़ी सी मुझे बात नहीं, मैं आप सवाल करता हूँ ना, आपने कहा कि ये क्यों है। हाँ। मैं आपसे सवाल करता हूँ कि आप इसकी मुझे दो वजूहात बता दें कि वो जो एक खुल्क है, जो एक रवादारी है, वो जो एक मोहब्बत है, वो जो एक दूसरे के ख्याल रखना है, वो क्यों नहीं है। मैं अगर आपसे अर्ज करूं तो मैं ये समझता हूं कि जो इखलाक है, मामलात में जो सच्चाई है, इसके लिए मज़हब की ज़रूरत नहीं है। अब इसकी मैं जो एग्जांपल दे सकता हूं वो ये कि वेस्ट में आप चले जाएं, सुन मज़हब ये तो फिर वही डिबेट है कि जनाब आप या तो पारसी हो जाएं या आप हिंदू हो जाएं। मैं तो क्योंकि मुसलमान हूँ, मैं तो मज़हब के साथ जुड़ा हुआ हूँ, क्योंकि मैंने उसके साथ जुड़ना ही जुड़ना है। अच्छा शाह साहब, मैं ये कहता हूँ कि मज़हब के साथ आप जुड़े रहें, आप भी जुड़ें, हम भी जुड़ें, सब जुड़ें, लेकिन बात ये है कि मज़हब की जो इंटरप्रिटेशन हमने की हुई है, एक बात तो ये हमें पता होनी चाहिए, वो डिबेटेबल है। अब सबसे पहली इस खिते की, इस धरती की, इस पाकिस्तान की, हम हिंदुओं के साथ नहीं रह सकते। हमने इंडिया को तकसीम कराया इसी वजह से कि मेरे हिसाब में सुन ले प्रैक्टिकली देखें ना,
انڈیا سے پاکستان بنا، نہیں تقسیم ہوا؟ وہ وجوہات جو اچھا ہیں چلیں، وہ اور آگے چلیں. تقسیم ہوگی، آپ نے کہا کہ وجوہات اور ہوں گی. اس کے بعد جب پاکستان بنا تو ہم نے جو ریزولوشن پاس کیا، جس کو آبجیکٹیو ریزولوشن کہتے ہیں، اس میں ہم نے یہ ظاہر کیا کہ اس پاکستان کے اندر جو حکمرانی ہوگی وہ اللہ تعالیٰ کی ہوگی. اب اس کے نتیجے میں کیا ہوا کہ جو ریاست کا سارا معاملہ تھا اللہ تعالیٰ کے حوالے سے، وہ مسلمانوں کے ہاتھ میں آ گیا، غیر مسلم اس دائرے سے نکل گیا. یہاں پہ جب بھی کانسٹیٹیوشن بنا تو ہم نے کہا کہ جو غیر مسلم ہیں وہ مسلمانوں کے برابر نہیں ہیں، ہم نے ان کو برابر حقوق نہیں دیے. یہ کانسٹیٹیوشن کی بات ہے، میں اپنی بات نہیں کر رہا ہوں. ہاں جی، ہاں جی. کانسٹیٹیوشن میں ہم نے یہ کہہ دیا ہے کہ مسلم اور غیر مسلم برابر نہیں ہیں. مسلمان جو ہے وہ صدر بھی بن سکتا ہے، پرائم منسٹر بھی بن سکتا ہے، لیکن غیر مسلم کوئی یہ توقع بھی نہیں کر سکتا. اب میں نے کئی دوستوں سے، بڑے اسکالرز سے بات کی، یا بات جب ہوتی ہے تو وہ کہتے ہیں جناب یہ 2 عہدے اگر غیر مسلم نہیں لیتے تو انہیں کیا فرق پڑتا ہے، وہ تو ان کی تعداد بھی بہت تھوڑی ہے، وہ تو 3% ہے. میں کہتا ہوں ٹھیک ہے، وہ 3% ہیں، اگر انتخابی عمل بھی ہوتا تو وہ انتخابات کے ذریعے بھی کبھی پرائم منسٹر یا صدر نہیں بن سکتے. لیکن آپ نے کانسٹیٹیوشن کے اندر ان کو پابند کر کے، ان کو نا امید کر کے، ان کے اندر یہ سوچ پیدا کر دی کہ یو آر ڈیفرنٹ، آپ ہم میں سے ہو نہیں، آپ بطور انسان برابر کے پاکستانی نہیں ہو، آپ دوسرے درجہ کے شہری ہو. تو یہ سوچ ہمیں کہاں سے ملی؟ مذہب نے ہمیں دی نا. نہیں نہیں نہیں. مذہب، شاہ صاحب دیکھیں وہ میری بات. دیکھیں، وہ جو لوگ اس وقت جنہوں نے وہ کانسٹیٹیوشن بنایا وہ اللہ تعالیٰ نے نیچے آ کے خود بنایا. شاہ صاحب بات یہ ہے کہ وہ اللہ تعالیٰ نے تو ہمیں آ کے یہ بھی آپ نے نہیں. اپنی دماغ استعمال کیا، میں نے اپنا دماغ استعمال کیا. اس وقت جو لوگ اس کے انٹلیکچوئل، انہوں نے اپنا دماغ استعمال کر کے ہمیں 2025 میں کنورٹ کر. مجھے ایک بات بتائیں، مذہب کا تعلق انسانوں کے علاوہ، یا مذہب کی انٹرپریٹیشن انسانوں کے علاوہ کوئی اور کر سکتا ہے؟ جو مذہبی لوگ ہیں یہاں پہ مسلمان ہیں، 97% تقریباً یہی مسلمانوں کی پوزیشن ہے. تو ان میں سے کوئی آرگنائزیشن، کبھی آواز آپ نے اٹھی، سنی ہے، دیکھی ہے کہ جو کہے کہ یار یہ غیر مسلموں کے ساتھ یہ امتیازی سلوک کیوں ہے؟ یہ امتیازی سلوک تو موجود ہے نا. ہاں جی، ہاں جی. لیکن کبھی شیعوں، یہ چینج نہیں ہو سکتا. کانسٹیٹیوشن جو اس وقت بنا ہوا ہے اس کے تحت تو میں نے نہیں، اب جو ہماری قومی اسمبلی ہے، ہاں اس میں جب ہم الیکٹڈ جو ہمارے لوگ ہیں ہاں وہ جب وہاں بیٹھے ہیں، ہاں. جیسے ہم نے پہلے بنایا ہے، ہاں. ہم اس کے اندر یہ ابھی بھی امینڈمنٹس لا رہے ہیں نا، نہیں، اس میں چینجنگ کر رہے ہیں. میں آپ کو بتاتا ہوں، فلاں ترمیم آ گئی، فلاں ترمیم آ گئی، تو اس طرح اس کو یہ یعنی کہ اس کا ایک لائے عمل بنا کے اور اس کو شاہ ابھی. صاحب ہونے کو تو دیکھیں انسان جو زندہ لوگ ہیں وہ کچھ بھی کر سکتے ہیں، لیکن اس وقت جو کانسٹیٹیوشن بنا ہوا ہے، آپ کو پتہ ہے میری ایک بک بھی ہے پاکستان آئین اور عدلیہ، اس میں پاکستان کے جو ٹاپ کلاس لائرز ہیں، ایون اس میں ججز بھی شامل ہیں جو کچھ ریٹائر ہو گئے تھے، تو ان سے انٹرویوز ہیں. پاکستان کا موجودہ کانسٹیٹیوشن یہ اجازت نہیں دیتا کہ قومی اسمبلی بھی کانسٹیٹیوشن میں ایسی کوئی امینڈمنٹ لائے جو مذہب سے ہٹ کر ہو. تو یہ کانسٹیٹیوشن کے اندر پارلیمنٹ نے خود اپنے اوپر امپوز کر لیا ہوا ہے کہ ہم کوئی چیز ایسی نہیں لائیں گے جو مذہب اسلام سے ہٹ کر ہوگی. یعنی دوسرے جو غیر مسلم ہیں ان کے ساتھ ناانصافی پہ ہمارے پارلیمنٹیرین مکمل طور پہ متفق ہیں، اور انہوں نے کانسٹیٹیوشن اس طرح کا بنا لیا ہوا ہے. میں نے یہ چودھری اعتزاز احسن اور دوسرے بہت سارے اسکالر سے، جسٹس وجیہ الدین صاحب سے بھی یہ بات کی کہ اگر پارلیمنٹ نے اپنے اوپر یہ امپوز کیا ہے، خود کیا ہے، تو تب بھی یہ پارلیمنٹیرین کا ہی اختیار تھا کہ انہوں نے یہ کر لیا. اب پارلیمنٹیرین اگر یہ کہتے ہیں کہ ہم سے غلطی ہو گئی ہے تو پارلیمنٹ کا کام ہے کہ وہ آئین بنائیں، اس میں ترمیم و تنسیخ بھی کریں، تو یہ کیوں نہیں کر سکتے؟ تو انہوں نے کہا کہ اس کی جو انٹرپریٹیشن کی اتھارٹی ہے وہ ہے عدلیہ کے پاس. آپ نے کئی دفعہ دیکھا ہوگا پارلیمنٹ نے کوئی قانون بنایا، جو بھی ذرا سی بات جو اسلام سے ہٹ کے ہوتی ہے تو عدلیہ جو ہے اس کو وہاں پہ سٹاپ کر دیتی ہے. پارلیمنٹ کے بنائے بھی عمل پہ آپ کو پتہ ہے وہ بہت شدید رد عمل ہوتا ہے، پبلکلی بھی ہوتا ہے، اور جوڈیشری جو ہے وہ اس کو روک دیتی ہے، وہ نال اینڈ وائڈ کر دیتی ہے. تو یہ صورتحال اس وقت پیدا ہوئی ہے. لیکن میں یہ سمجھتا ہوں کہ
جو ارتقاء کا عمل ہے شاہ جی وہ تو کبھی رک نہیں سکتا، وہ ہوگا۔ اور یہ جو ناانصافی ہے جس پہ پاکستان کی پارلیمنٹ جو ہے متفق ہے، یا پارلیمنٹیرین نے آئینی طور پہ قائم کی ہوئی ہے ناانصافی، یہ ختم ہونی چاہیے اور ہوگی۔ اور جو اصل بات ہم نے سٹارٹ میں کی وہ شاہ صاحب یہی تھی نا کہ اخلاقیات۔ میں کہتا ہوں کہ ہماری اکثریت تھی مسلمانوں کی، تو ہم نے غیر مسلموں کو غیر ضروری طور پہ ہم نے دبایا، ان کو نفسیاتی طور پہ یہ احساس ان کے اندر پیدا کیا۔ ہم تو کہہ سکتے ہیں کہ ہمارا پاکستان ہے، ہم مسلمان ہیں، یہ اسلامی جمہوریہ پاکستان ہے، تو غیر مسلم تو نہیں یہ کہہ سکتا، کیونکہ اسلامی لفظ کے ساتھ یہ تو جینون بات ہے نا کہ ان کا تو کوئی تعلق نہیں ہے۔ اگر یہ جمہوری پاکستان ہوتا تو یہ غیر مسلم کے لیے بھی اونرشپ تھی اس کے اندر، اور مسلمان کے لیے بھی تھی، سب کے لیے ایکول پاکستان ہوتا۔ تو یہ ہم نے جو ہمارے ہاں جو ناانصافی کی سوچ ہے، جو رویہ ہے، یہ ہمیں ماننا پڑے گا۔ مذہب میں چلیں، میں آپ کی بات کو آگے بڑھاتا ہوں، اس کو سپورٹ اس طرح سے کر سکتا ہوں کہ مذہب نے چاہے ہمیں یہ کہا ہے یا نہیں کہا، لیکن ہم نے مذہب کو استعمال کیا ہے، اور مذہب کی یہ جو ناانصافی ہے، یہ آپ کی بات اس پہ وزن ہے، یہ ایکسیپٹیبل ہے کہ مذہب نہیں یہ کہتا کہ آپ یہ کریں، مذہب تو آپ کو ایک لیکن میں ایکویلٹی دے رہا ہے، ایک آپ کو، میں چونکہ آپ کی بات کو تھوڑا سا یہ ہم settle لوگ کر- ہیں جو اس کو ایکسپلائٹ کر رہے ہیں۔ لیکن پھر بات یہاں پہ آ جائے گی شاہ صاحب کہ اگر مذہب یہ نہیں کہہ رہا تو مذہب کی آواز کدھر سے آئے گی؟ ہمارے ہاں اگر ناانصافی ہے تو اس ناانصافی کے خلاف آواز کہیں پہ مسلمانوں کی طرف سے اٹھتی ہے۔